ਸੰਘਰਸ਼ ਨੂੰ ਸਾਰੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ। ਹਰ ਵਰਗ ਨੇ ਆਪਾਂ 25 ਸਤੰਬਰ ਵਾਲਾ ਪੰਜਾਬ ਬੰਦ ਦਾ ਜਿਹੜਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ, ਉਹਨੂੰ ਸਾਰੇ ਪੰਜਾਬੀਆਂ ਨੇ ਬਹੁਤ ਜਿਹੜਾ ਭਰਵਾਂ ਹੁੰਗਾਰਾ ਦਿੱਤਾ। ਕਿਸੇ ਨੂੰ ਪ੍ਰੈਸ਼ਰਾਈਜ਼ ਕਰਨ ਦੀ ਲੋੜ ਨਹੀਂ ਪਈ। ਲੋਕੀ ਸਮਝ ਗਏ, ਕਿਸੇ ਨੇ ਹਰ ਬੰਦੇ ਨੇ ਆਪਣਾ ਕਾਰੋਬਾਰ ਉਸ ਦਿਨ ਬੰਦ ਰੱਖ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ। ਪਰ ਮੈਂ ਜੋ ਗੱਲ ਫੀਲ ਕਰ ਰਿਹਾ ਕਿ ਸਮਰਥਨ ਤਾਂ ਹੈਗਾ ਕਿਸਾਨਾਂ ਨੂੰ, ਪਰ ਉਹਦੀ ਡਿਗਰੀ ਡੇ ਬਾਈ ਡੇ ਘਟੀ ਹੈ। ਦੋਸਤ ਆ ਤਰਨਤਾਰਨ ਐਡਵੋਕੇਟਸ ਨੇ, ਉਹਨਾਂ ਨੇ ਉਸਮਾ ਜਿਹੜਾ ਟੋਲ ਪਲਾਜ਼ਾ ਉੱਥੇ ਬੈਠੇ ਹੋਏ ਆ, ਉਹਨਾਂ ਨਾਲ ਵੀ ਮੇਰੀ ਗੱਲ ਹੋਈ। ਉਹ ਕਹਿੰਦੇ ਵੀ ਸਾਡੇ ਸੋਚੋ 200 ਵਕੀਲ ਹੈਗਾ, ਅੱਜ ਤੱਕ ਮੈਕਸਿਮਮ 10 ਵਕੀਲ ਉਹਨਾਂ ਦਾ ਸਾਥ ਦੇਣ ਲਈ ਗਏ ਆ। ਠੀਕ ਹੈ, ਫੇਸਬੁੱਕ ਤੇ ਵਟਸਐਪ ਤੇ ਸਾਡੇ ਗਰੁੱਪਸ ਬਣੇ, ਉਹਨਾਂ 'ਚ ਉਹਨਾਂ ਦਾ ਸਮਰਥਨ ਕਰ ਰਹੇ ਆ, ਪਰ ਫਿਜ਼ੀਕਲੀ ਉੱਥੇ ਉਹਨਾਂ ਨੂੰ ਸਮਰਥਨ ਦੇਣ ਲਈ ਦਰੀ ਤੇ ਨਹੀਂ ਬੈਠਾ ਕੋਈ ਜਾ ਕੇ। ਇਹ ਪਾਰਟੀਆਂ, ਮੈਂ ਬਿਆਨ ਪੜ੍ਹਦਾ ਰੋਜ਼ ਪਾਰਟੀਆਂ ਦੇ ਵੱਖ-ਵੱਖ ਨੇਤਾਵਾਂ ਦੇ, ਕਿ ਅਸੀਂ ਕਿਸਾਨਾਂ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਜਾਂ ਕਿਸਾਨਾਂ ਦੇ ਨਾਲ ਹਾਂ। ਅੱਜ ਵੀ ਮੈਂ ਬਾਦਲ ਸਾਹਿਬ ਦਾ ਬਿਆਨ ਪੜ੍ਹ ਰਿਹਾ ਕਿ ਜੋ ਕਿਸਾਨ ਜਥੇਬੰਦੀਆਂ ਹੁਕਮ ਕਰਨਗੀਆਂ ਅਸੀਂ ਮੰਨਣ ਲਈ ਤਿਆਰ ਹਾਂ। ਮੈਂ ਤੁਹਾਡੇ ਇਸ ਚੈਨਲ ਰਾਹੀਂ ਹੱਥ ਜੋੜ ਕੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਕਿ ਆਪਣਾ ਹਿਰਦਾ ਵਿਸ਼ਾਲ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ, ਕਿਸੇ ਇੱਕ ਪੋਲੀਟੀਕਲ ਪਾਰਟੀ ਨਹੀਂ, ਬੀਜੇਪੀ ਨੂੰ ਛੱਡ ਦਿਓ, ਬਸ ਉਹਨੂੰ ਬਾਹਰ ਕੱਢ ਦਿਓ, ਉਹਨੂੰ ਛੱਡ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨਾਲ ਮੀਟਿੰਗ ਕਰੋ। ਉਹਨਾਂ ਨੂੰ ਇੱਕੋ ਗੱਲ ਕਹਿ ਦਿਓ ਕਿ ਸਿਆਸੀ ਝੰਡਾ ਤੇ ਸਿਆਸੀ ਏਜੰਡਾ ਘਰ ਛੱਡ ਆਓ, ਕਿਸਾਨਾਂ ਦੇ ਨਾਲ ਆ ਜਾਓ। ਤੁਸੀਂ ਇਹ ਦੇਖਿਆ ਕੱਲ੍ਹ ਕਿ ਦਿੱਲੀ 'ਚ ਉਹਨਾਂ ਨੇ ਸਾਨੂੰ ਬੁਲਾਇਆ, ਕਿਸਾਨਾਂ ਨੂੰ ਬੁਲਾਇਆ। ਕਿੱਡੀ ਇੱਕ ਸ਼ਰਮਨਾਕ ਘਟਨਾ ਕਿ ਤੁਸੀਂ ਸਰਕਾਰ ਹੋ, ਇਹਦਾ ਮਤਲਬ ਤੁਸੀਂ ਹੋਸਟ ਹੋ ਉਸ ਮੀਟਿੰਗ ਦੇ। ਜਦੋਂ ਉਹਨਾਂ ਨੇ ਇੱਕ ਮੇਲ ਵੀ ਪਾਈ ਕਿਸਾਨ ਕਮੇਟੀਆਂ ਨੇ ਕਿ ਉੱਥੇ ਇੱਕ ਮੰਤਰੀ ਲੈਵਲ ਦਾ ਬੰਦਾ ਵੀ ਹੋਣਾ ਚਾਹੀਦਾ। ਬੱਸ ਭਰ ਕੇ 50 ਜਣੇ ਉੱਥੇ ਗਏ, ਜਾਂਦਿਆਂ ਨੂੰ ਇੱਕ IAS ਲੈਵਲ ਦਾ ਬੰਦਾ, ਜਿਹੜੇ ਅਗਰਵਾਲ ਸਾਹਿਬ ਉੱਤੇ ਖੇਤੀ ਸੈਕਟਰੀ ਨੇ, ਉਹਨਾਂ ਨਾਲ ਮੀਟਿੰਗ। ਤੁਸੀਂ ਇਹ ਗੱਲ ਫੀਲ ਕਰਦੇ ਹੋ ਕਿ 550 ਲੋਕ ਸਭਾ ਦੇ ਮੈਂਬਰ ਆ ਤੇ 250 ਰਾਜ ਸਭਾ ਦੇ ਮੈਂਬਰ ਆ। ਇਹ IAS ਆਫੀਸਰ ਉਹਨਾਂ ਦੇ ਉੱਪਰੋਂ ਦੀ ਹੋ ਗਿਆ ਕਿ ਉਹਦੀ ਇੰਨੀ ਹੈਸੀਅਤ ਹੈਗੀ ਆ ਕਿ ਉਹ ਪੋਲੀਟੀਕਲ ਬੰਦਿਆਂ ਨੂੰ ਛੱਡ ਕੇ ਇੱਕ IAS ਬੰਦਾ ਉਸ ਮਸਲੇ ਨੂੰ ਹੱਲ ਕਰ ਸਕਦਾ। ਉਹ ਕਹਿੰਦੇ ਜੀ ਪਹਿਲਾਂ IAS ਨੇ ਗੱਲ ਕਰਨੀ ਸੀ, ਫਿਰ ਮੰਤਰੀ ਸਾਹਿਬ ਨੇ ਗੱਲ ਕਰਨੀ ਸੀ। ਉਹ ਭਲਿਓ ਲੋਕੋ, ਜਦੋਂ ਤੁਸੀਂ 7 ਬੰਦੇ ਜਾਂ 9 ਬੰਦੇ ਪੰਜਾਬ 'ਚ ਕਿਸਾਨਾਂ ਨੂੰ ਸਮਝਾਉਣ ਲਈ ਲਾਤੇ ਆ, ਤੇ ਤੁਸੀਂ ਉਹ 9 ਬੰਦੇ ਉੱਥੇ ਬੁਲਾ ਲੈਂਦੇ। ਉਹ 500 ਕਿਲੋਮੀਟਰ ਗੱਡੀ ਚਲਾ ਕੇ ਬੱਸ 'ਚ ਬਹਿ ਕੇ ਦਿੱਲੀ ਤੁਹਾਡੇ ਕੋਲ ਗੱਲਬਾਤ ਹੀ ਤੇ ਕਰਨ ਆਏ ਆ। ਤੁਸੀਂ ਪਹਿਲਾਂ ਉਹਨਾਂ ਨੂੰ ਸਮਝਾ ਲਓ 50 ਨੂੰ, ਉਹਨਾਂ ਦੇ ਮਗਰ ਤੇ ਸਾਰਾ ਪੰਜਾਬ ਲੱਗਾ ਹੀ ਹੋਇਆ, ਉਹ ਆਪੇ ਸਮਝਾ ਲੈਣਗੇ ਜਾ ਕੇ। ਤੁਹਾਡੇ ਨਾਲੋਂ ਲਾਅ ਦੀ ਬਾਰੇ ਜ਼ਿਆਦਾ ਜਾਣਕਾਰੀ ਹੈਗੀ। ਇਹ ਨਾ ਸਮਝੋ ਕਿ ਅਨਪੜ੍ਹ ਬੰਦੇ ਕਿਸਾਨ ਜਥੇਬੰਦੀਆਂ 'ਚ ਇਸ ਸੰਘਰਸ਼ ਨੂੰ ਲੀਡ ਕਰ ਰਹੇ ਆ। ਲੇਕਿਨ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਟਰੈਕਟਰ ਰੈਲੀਆਂ ਕੱਢਦੇ ਪਏ ਆ, ਜਿਹੜੇ ਚੰਡੀਗੜ੍ਹ ਰਾਸ਼ਟਰਪਤੀ ਨੂੰ ਲੈਟਰ ਦੇਣ ਵਾਸਤੇ ਜਾ ਰਿਹਾ, 2 ਕਿਲੋਮੀਟਰ ਦੂਰ ਸੀਗਾ ਦੇਵੀਦਾਸਪੁਰਾ, ਕਹਿੰਦਾ ਉੱਥੇ ਆ ਕੇ ਬਹਿ ਜਾਂਦਾ। ਸੁਖਬੀਰ ਬਾਦਲ ਉਹਨਾਂ ਨੇ ਕਿਹਾ ਕਿ ਜੇ ਇੰਨਾ ਤਾਮਝਾਮ ਕਰਨ ਦੀ ਕੀ ਜ਼ਰੂਰਤ ਸੀ। ਹੁਣ ਵੀ ਤੇ ਬਿਕਰਮ ਸਿੰਘ ਮਜੀਠੀਆ ਨੇ ਲੈਟਰ ਦਿੱਤਾ ਹੀ ਹੈ ਨਾ। ਉਹ ਕਹਿੰਦੇ ਕਿ ਸਿਰਫ ਇਹਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਨਹੀਂ ਕਿਸੇ ਨੂੰ ਆਪਣੇ ਨਾਲ ਬੈਠਣ ਦਿੰਦੇ। ਕੱਲ੍ਹ ਨੂੰ ਇੱਥੇ ਬੈਠੇ 4 ਬੰਦਿਆਂ ਨੂੰ ਸਮਝਾਉਣਗੇ, ਨਹੀਂ ਜੀ ਆ ਇੱਦਾਂ ਸੀਗਾ, ਇਹਨੂੰ ਇੱਦਾਂ ਸੀਗਾ, ਇਹਨੂੰ ਇੱਦਾਂ ਘੁਮਾਇਆ ਜਾ ਸਕਦਾ ਵਾ। ਉਹ ਇਸ ਚੀਜ਼ ਤੋਂ ਡਰਦੇ ਆ। ਕਿਆ ਲੱਗਦਾ ਨਹੀਂ ਕਿ ਉਹਨਾਂ ਦਾ ਡਰ ਵੀ ਵਾਜਿਬ ਹੈਗਾ ਕਿਸੇ ਜਗ੍ਹਾ? ਕਿਸਾਨ ਜਥੇਬੰਦੀਆਂ ਇੰਨੀਆਂ ਕੁ ਤਾਕਤਵਰ ਹੈਗੀਆਂ ਕਿ ਕੋਈ ਉਹਨਾਂ ਦਾ ਏਜੰਡਾ ਹਾਈਜੈਕ ਨਹੀਂ ਕਰ ਸਕਦਾ। ਮੈਂ ਇਹ ਚਾਹੁੰਦਾ ਵੀ ਇਹ ਸੰਘਰਸ਼ ਹੋਰ ਤਿੱਖਾ ਹੋਣਾ ਚਾਹੀਦਾ, ਹਿੰਸਕ ਨਹੀਂ ਹੋਣਾ ਚਾਹੀਦਾ, ਤਿੱਖਾ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਹੁਣ BJP ਦੇ ਲੋਕ ਜਿਹੜੇ ਵਰਕਰ ਨੇ, ਉਹਨਾਂ ਦੀ ਜ਼ਮੀਰ ਵੀ ਜਾਗਣੀ ਸ਼ੁਰੂ ਹੋ ਗਈ? ਕਿਉਂਕਿ ਤੁਸੀਂ ਸਾਫ਼ ਕਿਹਾ ਸੀਗਾ ਕਿ ਮੇਰੀ ਜ਼ਮੀਰ ਜਾਗ ਰਹੀ ਹੈ, ਮੈਂ ਇਸ ਲੈ ਕੇ ਔਰ ਕਾਲੇ ਕਾਨੂੰਨ ਨੂੰ ਲੈ ਕੇ ਔਰ ਜਿਹੜੀ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਵਿੱਚ ਹਟਾਇਆ ਗਿਆ ਵਾ, ਉਹਨੂੰ ਲੈ ਕੇ ਅਸਤੀਫਾ ਦੇ ਰਿਹਾ ਵਾਂ, ਮੇਰਾ ਕੋਈ ਨਿੱਜੀ ਵਿਵਾਦ ਨਹੀਂ ਹੈਗਾ। ਕਿਆ ਲੱਗਦਾ ਕਿ ਹੁਣ ਜਿਹੜਾ ਉਹਨਾਂ ਦੀ ਜ਼ਮੀਰ ਜਾਗਣੀ ਸ਼ੁਰੂ ਹੋ ਗਈ ਔਰ ਪੰਜਾਬ 'ਚ ਲੱਗਦਾ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਅਸਤੀਫੇ ਦੇਣਗੇ? ਕਿਉਂਕਿ ਸਰਤਾਜ ਦਾ ਗਾਣਾ ਹੈਗਾ ਕਿ ਹਾਲੇ ਤਾਂ ਸ਼ੁਰੂਆਤਾਂ ਨੇ, ਇਹਦੇ 'ਚ ਸ਼ੁਰੂਆਤ ਆ। ਤੁਸੀਂ ਸਮਾਂ ਆਉਣ 'ਤੇ ਵੇਖਿਓ, ਇਹਨਾਂ ਨੂੰ ਬੰਦਾ ਨਹੀਂ ਪਿੱਛੇ ਲੱਭਿਆ ਕਰਨਾ ਵੀ ਸਾਡੇ ਪਿੱਛੇ ਕੋਈ ਖੜਾ ਕਿ ਨਹੀਂ ਖੜਾ। ਯਾਰ ਮਿੱਤਰ BJP 'ਚ ਹੈਗੇ ਆ, ਹਰ ਬੰਦਾ ਠੀਕ ਆ। ਫੇਸਬੁੱਕ ਤੇ WhatsApp ਦੇ ਉੱਤੇ ਜੋ ਮਰਜ਼ੀ ਕੁਛ ਕਹੀ ਜਾਵੇ, ਉਹਨੇ ਆਪਣੀ ਪਾਰਟੀ ਦੀ ਸਪੋਰਟ ਕਰਨੀ ਆ, ਪਰ ਹਰ ਬੰਦਾ ਇਸ ਵੇਲੇ ਉੱਥੇ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰ ਰਿਹਾ ਵੀ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਫਸ ਗਈ ਹੈ ਨਾ, ਕਿ ਕਿੱਦਾਂ ਕਰੀਏ। ਕਿਉਂਕਿ ਉਹਨਾਂ ਦੀ ਤਾਂ ਸੁਣਵਾਈ ਕੋਈ ਨਹੀਂ। ਉਹਨਾਂ ਨੂੰ ਕਿਸੇ ਨੇ ਬਿੱਲ ਬਣਾਉਣ ਲੱਗਿਆ ਪੁੱਛਿਆ ਥੋੜ੍ਹਾ, ਇਹਨਾਂ ਦੀ ਤਾਂ ਕੋਈ ਉੱਤੇ ਗੱਲ ਹੀ ਨਹੀਂ ਸੁਣਦਾ। ਇਹਨਾਂ ਨੂੰ ਤਾਂ ਹੋਣਾ, ਮੈਨੂੰ ਲੱਗਦਾ ਆ ਮੰਤਰੀ ਦਿੱਲੀੋਂ ਆ ਕੇ ਇਹਨਾਂ ਦੀ ਗੱਲਬਾਤ ਸੁਣਨ ਲੱਗ ਗਏ। ਇਹਨਾਂ ਨੂੰ ਤਾਂ ਕੋਈ ਦਿੱਲੀ ਇਹਨਾਂ ਦੀ ਸੁਣਵਾਈ ਨਹੀਂ ਹੈਗੀ ਸੀ।
ਬੀਜੇਪੀ ਦਾ ਤੁਸੀਂ ਵੇਖਿਓ ਹੌਲੀ ਹੌਲੀ ਜਿਹੜੇ ਲੀਡਰ ਤੁਸੀਂ ਆ ਸੋਚਦੇ ਕਿ ਜਿਹੜੀਆਂ ਵਰਚੁਅਲ ਰੈਲੀਆਂ ਬੀਜੇਪੀ ਵਾਲੇ ਕਰ ਰਹੇ, ਕਿਸਾਨਾਂ ਨੂੰ ਸਮਝਾਉਣ ਕਰ ਰਹੇ, ਇਹ ਤੇ ਆਪਣੇ ਵਰਕਰਾਂ ਨੂੰ ਪੱਗਾਂ ਪੁੱਗਾਂ ਬਣਾ ਕੇ ਵਿਚਾਰੇ ਉੱਥੇ ਬਿਠਾਈ ਜਾਂਦੇ। ਪੁੱਛੋ ਕਿੰਨੇ ਕਿਸਾਨ ਹੈ। ਸਰਵਨ ਸਿੰਘ ਪੰਧੇਰ ਉਹਨਾਂ ਦਾ ਕਹਿਣਾ ਕਿ ਅਗਰ ਤੁਸੀਂ ਕਾਨੂੰਨ ਲਾਗੂ ਹੀ ਕਰਨਾ ਹੈ, ਅਸੀਂ ਤੁਹਾਡੇ ਨਾਲ ਹਾਂ, ਠੀਕ ਹੈ, ਕਾਨੂੰਨ ਦੇ ਨਾਲ ਅਸੀਂ ਖੜੇ ਹਾਂ, ਪਰ 6 ਮਹੀਨੇ ਦਾ ਸਮਾਂ ਦੇ ਦਿਓ, 6 ਮਹੀਨੇ ਸਾਨੂੰ ਸਮਝਾ ਦਿਓ ਕੀ ਕਾਨੂੰਨ ਹੈ, ਉਸ ਤੋਂ ਬਾਅਦ ਲਾਗੂ ਕਰ ਦਿਓ। ਕਿਆ ਲੱਗਦਾ ਕਿ ਸਿਰਫ ਇੱਕ ਡਿਕਟੇਟਰਸ਼ਿਪ ਹੈ ਕਿ ਆਹ ਕਾਨੂੰਨ ਬਣ ਗਿਆ, ਇਹਨੂੰ ਥੋਪਤਾ, 370 ਹਟਾਤੀ, ਉਹਨੂੰ ਥੋਪਤਾ, ਪੰਜਾਬੀ ਭਾਸ਼ਾ ਕੱਢਤੀ, ਉਹਨੂੰ ਥੋਪਤਾ। ਕਿਆ ਲੱਗਦਾ ਸਿਰਫ ਥੋਪਣ ਦਾ ਕੰਮ ਰਹਿ ਗਿਆ? ਲੱਗਦਾ ਨਹੀਂ ਪਿਆ ਕਿਸੇ ਬੰਨੇ ਸਰਕਾਰ ਨਾਕਾਮ ਹੁੰਦੀ ਹੈ ਨਜ਼ਰ ਆ ਰਹੀ ਸਾਰੇ ਪਾਸੇ। 117 ਸੀਟਾਂ ਲੜਨ ਦਾ ਉਹ ਦਮ ਭਰਦੇ ਆ, ਪਰ ਮੈਨੂੰ ਪਤਾ ਪੱਲੇ ਕੱਖ ਨਹੀਂ ਹੈਗਾ। ਆ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਸਮਝੌਤਾ ਟੁੱਟਾ। ਸ਼੍ਰੋਮਣੀ ਅਕਾਲੀ ਦਲ ਨੇ ਤੇ 23 ਬੰਦੇ ਲੱਭਣੇ, ਇਹਨਾਂ 94 ਲੱਭਣੇ ਆ, ਇਹਨਾਂ ਨੂੰ ਤੇ ਉਹ ਨਹੀਂ ਲੱਭਣੇ। ਦਿੱਲੀ ਦਾ ਪੰਜਾਬ ਪ੍ਰਤੀ ਰਵੱਈਆ, ਚਾਹੇ ਯੂਪੀਏ ਰਿਹਾ, ਐਨਡੀਏ ਰਿਹਾ, ਦਿੱਲੀ ਨਾਲ ਪੰਜਾਬ ਦੀ ਬਣਦੀ ਨਹੀਂ। ਪਤਾ ਨਹੀਂ ਉਹਨਾਂ ਨੂੰ ਕੀ ਕੌੜ ਹੈ ਪੰਜਾਬ ਨਾਲ, ਕੀ ਇਹਦੇ ਮਤਲਬ ਉਹਨਾਂ ਨੂੰ ਕੀ ਕੱਢਣਾ ਚਾਹੁੰਦੇ ਪੰਜਾਬ ਦੇ ਲੋਕਾਂ ਦੇ ਉੱਤੇ, ਕਾਹਦਾ ਗੁੱਸਾ, ਮੈਂ ਅੱਜ ਤੱਕ ਮੈਨੂੰ ਸਮਝ ਨਹੀਂ ਆਇਆ। ਖੇਤੀ ਕਾਨੂੰਨ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਹੁਣ ਪ੍ਰਦਰਸ਼ਨ ਦਾ ਰੂਪ ਜਿਹੜਾ ਹੈ ਅਲੱਗ ਢੰਗ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨੀ ਤੇ ਜਦੋਂ ਸੰਘਰਸ਼ ਸ਼ੁਰੂ ਕੀਤਾ ਗਿਆ ਸੀਗਾ ਤੇ ਬਹੁਤ ਸਾਰਾ ਹਜੂਮ ਅਤੇ ਬਹੁਤ ਸਾਰੇ ਯੁਵਾ ਜਿਹੜੇ ਸੀਗੇ ਉਹ ਇਸ ਜਿਹੜਾ ਪ੍ਰੋਟੈਸਟ ਵਿੱਚ ਹਿੱਸਾ ਲੈ ਰਹੇ ਸੀਗੇ, ਲੇਕਿਨ ਇੱਕ ਇਸ ਤਰ੍ਹਾਂ ਦੀ ਵਿੱਚ ਖਬਰ ਆਉਂਦੀ ਹੈ ਕਿ ਭਾਜਪਾ ਦੇ ਕਈ ਲੀਡਰ ਜਿਹੜੇ ਨੇ ਉਹ ਅਸਤੀਫਾ ਦੇਣਾ ਸ਼ੁਰੂ ਕਰ ਦਿੱਤੇ ਗਏ ਨੇ। ਲੇਕਿਨ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਆ ਕਈ ਕੌਂਸਲਰਾਂ ਵੱਲੋਂ ਜਿਹੜਾ ਹੈ ਉਹ ਵੀ ਅਸਤੀਫਾ ਦਿੱਤਾ ਗਿਆ। ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਆਰਪੀ ਮੈਣੀ ਜੀ। ਐਡਵੋਕੇਟ ਸਾਹਿਬ, ਲਗਾਤਾਰ ਜਿਹੜਾ ਸੰਘਰਸ਼ ਆ ਹੁਣ ਹੋਰ ਹੀ ਰੂਪ ਲੈਂਦਾ ਜਾ ਰਿਹਾ, ਜਿਹੜਾ ਯੂਥ ਹੈ ਉਹ ਬਹੁਤ ਘਟਣਾ ਸ਼ੁਰੂ ਹੋ ਗਿਆ। ਕਿਆ ਲੱਗਦਾ ਹੈ ਕਿ ਹੁਣ ਦੁਬਾਰਾ ਯੂਥ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ? ਔਰ ਇੱਕ ਤੁਹਾਡੇ ਵੱਲੋਂ ਸਰਵੇ ਵੀ ਕਰਵਾਇਆ ਗਿਆ, ਕੀ ਹੈ ਸਾਰਾ ਸਰਵੇ? ਪਹਿਲਾਂ ਤੇ ਮੈਂ ਪੰਜਾਬੀ ਲੋਕ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਗੁਰਪ੍ਰੀਤ ਜੀ, ਸੰਘਰਸ਼ ਨੂੰ ਸਾਰੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ, ਹਰ ਵਰਗ ਨੇ। ਆਪਾਂ 25 ਸਤੰਬਰ ਵਾਲਾ ਪੰਜਾਬ ਬੰਦ ਦਾ ਜਿਹੜਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ, ਉਹਨੂੰ ਸਾਰੇ ਪੰਜਾਬੀਆਂ ਨੇ ਬਹੁਤ ਜਿਹੜਾ ਭਰਵਾਂ ਹੁੰਗਾਰਾ ਦਿੱਤਾ। ਕਿਸੇ ਨੂੰ ਪ੍ਰੈਸ਼ਰਾਈਜ਼ ਕਰਨ ਦੀ ਲੋੜ ਨਹੀਂ ਪਈ, ਲੋਕੀ ਸਮਝ ਗਏ। ਕਿਸੇ ਨੇ, ਹਰ ਬੰਦੇ ਨੇ ਆਪਣਾ ਕਾਰੋਬਾਰ ਉਸ ਦਿਨ ਬੰਦ ਰੱਖ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ। ਪਰ ਮੈਂ ਜੋ ਗੱਲ ਫੀਲ ਕਰ ਰਿਹਾ ਕਿ ਸਮਰਥਨ ਤਾਂ ਹੈਗਾ ਕਿਸਾਨਾਂ ਨੂੰ, ਪਰ ਉਹਦੀ ਡਿਗਰੀ ਡੇ ਬਾਈ ਡੇ ਘਟੀ ਹੈ, ਲੋਕਾਂ ਦੀ ਸ਼ਮੂਲੀਅਤ ਘਟ ਗਈ ਹੈ। ਮੈਂ ਇਹ ਸਰਵੇ ਆਪਣੇ ਲੈਵਲ 'ਤੇ ਕੀਤਾ ਕਿ ਜਿਵੇਂ ਮੇਰਾ ਪਿੰਡ ਹੈ ਨਸ਼ਹਿਰਾ ਪੰਨੂਆ, ਮੈਂ ਉੱਥੇ ਪੁੱਛਿਆ ਵੀ ਸਾਡੇ 14,000 ਦੇ ਕਰੀਬ ਤਕਰੀਬਨ ਆਬਾਦੀ ਹੈ ਸਾਡੇ ਪਿੰਡ ਦੀ, ਅਤੇ ਕਿੰਨੇ ਕੁ ਲੋਕ ਰੋਜ਼ ਕਿਸਾਨ ਸੰਘਰਸ਼ ਸ਼ਾਮਲ ਹੋਣ ਲਈ ਜਾ ਰਹੇ ਆ। ਉਹ ਬਹੁਤ ਹੀ ਨਿਗੂਣੀ ਜਿਹੜੀ ਹੈ ਨਾ, ਉਹ ਮੈਨੂੰ ਉੱਥੋਂ ਪਤਾ ਲੱਗਾ ਉਸ ਸਰਵੇ ਦੇ ਵਿੱਚ ਕਿ ਬਹੁਤ ਲੋਕ ਘੱਟ, ਮਤਲਬ 20 25 50 ਮੈਕਸੀਮਮ, 14 ਉਹ 0.% ਵੀ ਜਿਹੜੀ ਰੇਸ਼ੋ ਨਹੀਂ ਬਣਦੀ। ਇਸ ਤਰ੍ਹਾਂ ਹੀ ਮੇਰੇ ਦੋਸਤ ਆ ਤਰਨਤਾਰਨ ਐਡਵੋਕੇਟਸ ਨੇ, ਉਹਨਾਂ ਨੇ ਉਸਮਾ ਜਿਹੜਾ ਟੋਲ ਪਲਾਜ਼ਾ ਉੱਥੇ ਬੈਠੇ ਹੋਏ ਆ, ਉਹਨਾਂ ਨਾਲ ਵੀ ਮੇਰੀ ਗੱਲ ਹੋਈ। ਉਹ ਕਹਿੰਦੇ ਵੀ ਸਾਡੇ ਸੋਚੋ 200 ਵਕੀਲ ਹੈਗਾ, ਅੱਜ ਤੱਕ ਮੈਕਸੀਮਮ 10 ਵਕੀਲ ਉਹਨਾਂ ਦਾ ਸਾਥ ਦੇਣ ਲਈ ਗਏ ਆ। ਠੀਕ ਹੈ, ਫੇਸਬੁੱਕ ਤੇ WhatsApp ਦੇ ਸਾਡੇ ਗਰੁੱਪਸ ਬਣੇ, ਉਹਨਾਂ 'ਚ ਉਹਨਾਂ ਦਾ ਸਮਰਥਨ ਕਰ ਰਹੇ ਆ, ਪਰ ਫਿਜ਼ੀਕਲੀ ਉੱਥੇ ਉਹਨਾਂ ਨੂੰ ਸਮਰਥਨ ਦੇਣ ਲਈ ਦਰੀ 'ਤੇ ਨਹੀਂ ਬੈਠਾ ਕੋਈ ਜਾ ਕੇ। ਮੈਕਸੀਮਮ 10 ਬੰਦੇ ਗਏ, ਉਹ ਵੀ ਉਹਨਾਂ ਦੇ ਜਿਹੜੇ ਆਪਣੇ ਗਰੁੱਪ ਦੇ ਬੰਦੇ ਆ। ਮੇਰਾ, ਤੁਸੀਂ ਜਿਵੇਂ ਪਹਿਲਾਂ ਕਿਹਾ ਕਿ ਸ਼ਮੂਲੀਅਤ ਘਟ ਰਹੀ ਹੈ, ਸ਼ਮੂਲੀਅਤ ਲੋਕੀ ਫਿਜ਼ੀਕਲੀ ਨਹੀਂ ਜਾ ਰਹੇ ਉੱਥੇ, ਅਤੇ ਡੇ ਬਾਈ ਡੇ ਥੋੜ੍ਹੀ ਜਿਹੀ ਉਹਦੀ ਡਿਗਰੀ ਵੀ ਘਟ ਗਈ ਹੈ। ਲੋਕਾਂ ਦਾ ਉਹਨਾਂ ਨਾਲ ਸਮਰਥਨ ਹੈਗਾ, ਉਹਦੇ 'ਚ ਕਈ ਚੀਜ਼ਾਂ ਸ਼ਾਮਲ ਹੈਗੀਆਂ, ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਫੈਕਟਰ, ਬਹੁਤ ਜ਼ਿਆਦਾ ਫੈਕਟਰ ਸ਼ਾਮਲ ਹੈਗੇ ਆ। ਉਹਦਾ ਮੈਂ ਜੋ ਇਹਦਾ ਇੱਕ ਸਭ ਤੋਂ ਵੱਡਾ ਤੱਤ ਇਹ ਕੱਢਿਆ ਕਿ ਕਿਸਾਨ ਜਥੇਬੰਦੀਆਂ ਪੋਲੀਟੀਕਲ ਪਾਰਟੀਜ਼ ਤੋਂ ਦੂਰੀ ਬਣਾ ਕੇ ਚੱਲ ਰਹੀਆਂ। ਬਹੁਤ ਵਧੀਆ ਗੱਲ ਹੈ, ਪਰ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਵਿੱਚ ਲਾ ਲਓ, ਕਾਂਗਰਸ ਆ, ਸ਼੍ਰੋਮਣੀ ਅਕਾਲੀ ਦਲ ਆ, ਆਮ ਆਦਮੀ ਪਾਰਟੀ ਆ, ਲੋਕ ਇਨਸਾਫ ਪਾਰਟੀ ਆ, ਪੰਜਾਬ ਏਕਤਾ ਪਾਰਟੀ ਆ, ਬਸਪਾ ਵਾ ਅਤੇ ਕਮਿਊਨਿਸਟ ਪਾਰਟੀਆਂ। ਬੀਜੇਪੀ ਨੂੰ ਤੁਸੀਂ ਇਹ ਸਾਰੇ ਸਿਸਟਮ 'ਚੋਂ ਬਾਹਰ ਕੱਢ ਦਿਓ, ਉਹਨਾਂ ਨਾਲ ਤਾਂ ਇੱਕ ਲਕੀਰ ਖਿੱਚੀ ਹੋਈ ਹੈ, ਉਹ ਸੰਘਰਸ਼ ਦੇ ਦੂਜੇ ਪਾਸੇ ਆ, ਸਾਰੀਆਂ ਪਾਰਟੀਆਂ ਸੰਘਰਸ਼ ਦੇ ਇਸ ਪਾਸੇ, ਇਸ ਲਈ ਉਹਨਾਂ ਨੂੰ ਤਾਂ ਆਪਾਂ ਡਿਸਕਸ ਹੀ ਨਹੀਂ ਕਰਨਾ। ਇਹ ਪਾਰਟੀਆਂ, ਮੈਂ ਬਿਆਨ ਪੜ੍ਹਦਾ ਰੋਜ਼ ਪਾਰਟੀਆਂ ਦੇ ਵੱਖ-ਵੱਖ ਨੇਤਾਵਾਂ ਦੇ ਕਿ ਅਸੀਂ ਕਿਸਾਨਾਂ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਜਾਂ ਕਿਸਾਨਾਂ ਦੇ ਨਾਲ ਹਾਂ। ਅੱਜ ਵੀ ਮੈਂ ਬਾਦਲ ਸਾਹਿਬ ਦਾ ਬਿਆਨ ਪੜ੍ਹ ਰਿਹਾ ਕਿ ਜੋ ਕਿਸਾਨ ਜਥੇਬੰਦੀਆਂ ਹੁਕਮ ਕਰਨਗੀਆਂ ਅਸੀਂ ਮੰਨਣ ਲਈ ਤਿਆਰ ਹਾਂ। ਮੈਂ ਤੁਹਾਡੇ ਇਸ ਚੈਨਲ ਰਾਹੀਂ ਹੱਥ ਜੋੜ ਕੇ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਕਿ ਆਪਣਾ ਹਿਰਦਾ ਵਿਸ਼ਾਲ ਕਰਕੇ
ਸਾਰੀਆਂ ਪੋਲੀਟੀਕਲ ਪਾਰਟੀਆਂ, ਕਿਸੇ ਇੱਕ ਪੋਲੀਟੀਕਲ ਪਾਰਟੀ ਨਹੀਂ, ਬੀਜੇਪੀ ਨੂੰ ਛੱਡ ਦਿਓ, ਬਸ ਉਹਨੂੰ ਬਾਹਰ ਕੱਢ ਦਿਓ, ਉਹਨੂੰ ਛੱਡ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨਾਲ ਮੀਟਿੰਗ ਕਰੋ, ਉਹਨਾਂ ਨੂੰ ਇੱਕੋ ਗੱਲ ਕਹਿ ਦਿਓ ਕਿ ਸਿਆਸੀ ਝੰਡਾ ਤੇ ਸਿਆਸੀ ਏਜੰਡਾ ਘਰ ਛੱਡ ਆਓ, ਕਿਸਾਨਾਂ ਦੇ ਨਾਲ ਆ ਜਾਓ। ਮੇਰੇ ਖਿਆਲ ਨਾਲ ਸਾਰੀਆਂ ਪਾਰਟੀਆਂ ਇਸ ਗੱਲ ਲਈ ਸਹਿਮਤ ਵੀ ਹੋਣਗੀਆਂ। ਜ਼ਰੂਰੀ ਨਹੀਂ ਆ ਕਿ ਹਰ ਸਟੇਜ ਦੇ ਉੱਤੇ ਜਾ ਕੇ ਲੀਡਰ ਭਾਸ਼ਣ ਕਰਨ, ਨਾਲ ਸ਼ਮੂਲੀਅਤ ਕਰਨ, ਉਹ ਵੀ ਬਹੁਤ ਵੱਡੀ ਗੱਲ ਹੁੰਦੀ। ਉਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨਾ ਉਹਨਾਂ ਦੇ ਲੀਡਰਾਂ ਦੇ ਨਾਲ ਲੋਕ ਜੁੜੇ ਆ, ਲੋਕ ਵੱਜੇ ਆ ਕੰਮਾਂ ਨਾਲ। ਇਹ ਪ੍ਰੈਕਟੀਕਲ ਗੱਲ ਆ, ਲੋਕ ਹਰ ਬੰਦਾ ਕੰਮਾਂ ਨਾਲ ਜੁੜਿਆ ਤੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਉਹਦੀ ਐਸੋਸੀਏਸ਼ਨ ਹੈਗੀ ਆ, ਉਹਦੇ ਨਾਲ ਅੱਗੇ ਉਹਦਾ ਪਰਿਵਾਰ ਜੁੜਿਆ ਹੁੰਦਾ, ਉਹਦਾ ਇੱਕ ਘੇਰਾ ਜੁੜਿਆ ਹੁੰਦਾ। ਇਸ ਲਈ ਜਦੋਂ ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਝੰਡੇ ਥੱਲੇ ਸਿਰਫ ਕਿਸਾਨਾਂ ਦਾ ਝੰਡਾ ਹੋਵੇ, ਉਹਨਾਂ ਦੇ ਨਾਲ ਤੁਸੀਂ ਲੋਕਾਂ ਨੂੰ ਜੋੜੋਗੇ, ਪੋਲੀਟੀਕਲ ਪਾਰਟੀਆਂ ਨੂੰ, ਉਹ ਆਪਣੇ ਵਰਕਰ ਨੂੰ ਮੋਬਿਲਾਈਜ਼ ਕਰਨਗੀਆਂ ਕਿ ਤੁਸੀਂ ਵੱਧ ਤੋਂ ਵੱਧ ਕਿਸਾਨਾਂ ਦੇ ਸੰਘਰਸ਼ 'ਚ ਜਾਓ। ਚਾਹੇ ਉਹ ਦੁਕਾਨਦਾਰ ਹੋਵੇ, ਚਾਹੇ ਵਪਾਰੀ, ਚਾਹੇ ਇੰਡਸਟਰੀਅਲਿਸਟ ਹੈ, ਚਾਹੇ ਡਾਕਟਰ ਹੈ, ਚਾਹੇ ਐਡਵੋਕੇਟ ਹੈ, ਚਾਹੇ ਕਿਸੇ ਵੀ ਵਰਗ ਨਾਲ ਸੰਬੰਧਿਤ ਹੈ। ਪੋਲੀਟੀਕਲ ਪਾਰਟੀ ਕੋ ਹਰ ਤਰ੍ਹਾਂ ਦਾ ਵਰਗ ਦੇ ਨਾਲੋਂ ਜੁੜੀ ਹੈ। ਉਹਨਾਂ ਦਾ ਵਰਕਰ, ਉਹਨਾਂ ਦਾ ਅਹੁਦੇਦਾਰ, ਉਹਨਾਂ ਦਾ ਲੀਡਰ ਇਹਨਾਂ ਸਾਰੇ ਵਰਗਾਂ ਨਾਲ ਸੰਬੰਧਿਤ ਰੱਖਦਾ। ਉਹ ਕਿਸਾਨ ਨਾਲ ਸਮਰਥਨ ਤੇ ਕਰ ਰਿਹਾ, ਪਰ ਬੈਠਾ ਆਪਣੇ ਘਰ ਹੀ ਹੈ, ਆਪਣਾ ਕਾਰੋਬਾਰ ਕਰ ਰਿਹਾ। ਜਿਵੇਂ ਹੁਣ ਝੋਨੇ ਦੀ ਫਸਲ ਆਈ, ਕੁਝ ਲੋਕ ਆਪਣੀ ਫਸਲ ਨਾਲ ਬਿਜ਼ੀ ਹੋ ਗਏ ਆ, ਆਉਣ ਵਾਲਾ ਸੀਜ਼ਨ ਫੈਸਟੀਵਲ ਸੀਜ਼ਨ ਆ, ਵਪਾਰੀ ਉੱਧਰ ਬਿਜ਼ੀ ਹੋ ਗਿਆ। ਤੁਸੀਂ ਇਹ ਦੇਖਿਆ ਕੱਲ੍ਹ ਕਿ ਦਿੱਲੀ 'ਚ ਉਹਨਾਂ ਨੇ ਸਾਨੂੰ ਬੁਲਾਇਆ, ਕਿਸਾਨਾਂ ਨੂੰ ਬੁਲਾਇਆ। ਕਿੱਡੀ ਇੱਕ ਸ਼ਰਮਨਾਕ ਘਟਨਾ ਕਿ ਤੁਸੀਂ ਸਰਕਾਰ ਹੋ, ਇਹਦਾ ਮਤਲਬ ਤੁਸੀਂ ਹੋਸਟ ਹੋ ਉਸ ਮੀਟਿੰਗ ਦੇ। ਜਦੋਂ ਉਹਨਾਂ ਨੇ ਇੱਕ ਮੇਲ ਵੀ ਪਾਈ ਕਿਸਾਨ ਕਮੇਟੀਆਂ ਨੇ ਕਿ ਉੱਥੇ ਇੱਕ ਮੰਤਰੀ ਲੈਵਲ ਦਾ ਬੰਦਾ ਵੀ ਹੋਣਾ ਚਾਹੀਦਾ ਜੀ। ਬੱਸ ਭਰ ਕੇ 50 ਜਣੇ ਉੱਥੇ ਗਏ, ਜਾਂਦਿਆਂ ਨੂੰ ਇੱਕ IAS ਲੈਵਲ ਦਾ ਬੰਦਾ, ਜਿਹੜੇ ਅਗਰਵਾਲ ਸਾਹਿਬ ਉੱਤੇ ਖੇਤੀ ਸੈਕਟਰੀ ਨੇ, ਉਹਨਾਂ ਨਾਲ ਮੀਟਿੰਗ। ਤੁਸੀਂ ਇਹ ਗੱਲ ਫੀਲ ਕਰਦੇ ਹੋ ਕਿ 550 ਲੋਕ ਸਭਾ ਦੇ ਮੈਂਬਰ ਆ ਤੇ 250 ਰਾਜ ਸਭਾ ਦੇ ਮੈਂਬਰ ਆ, ਇਹ IAS ਆਫੀਸਰ ਉਹਨਾਂ ਦੇ ਉੱਪਰੋਂ ਦੀ ਹੋ ਗਿਆ। ਲੋਕ ਸਭਾ ਰਾਜ ਸਭਾ 'ਚ ਜਿੱਦਾਂ ਮਰਜ਼ੀ ਬਿੱਲ ਪਾਸ ਕਰਾ ਲਏ, ਧੱਕੇ ਨਾਲ, ਨਾਦਰਸ਼ਾਹੀ ਤਰੀਕੇ ਨਾਲ ਕਰਾ ਲਏ ਆ, ਉਹਨਾਂ ਨੂੰ ਕੰਟਰਾਡਿਕਟ ਕਰਨ ਲਈ ਜਾਂ ਉਹਦੇ 'ਤੇ ਵਿਚਾਰ ਕਰਨ ਲਈ ਇੱਕ IAS ਬੰਦਾ, ਇਹ ਤੁਸੀਂ ਮੰਨਦੇ ਹੋ ਕਿ ਉਹਦੀ ਇੰਨੀ ਹੈਸੀਅਤ ਹੈਗੀ ਆ ਕਿ ਉਹ ਪੋਲੀਟੀਕਲ ਬੰਦਿਆਂ ਨੂੰ ਛੱਡ ਕੇ ਇੱਕ IAS ਬੰਦਾ ਉਸ ਮਸਲੇ ਨੂੰ ਹੱਲ ਕਰ ਸਕਦਾ? ਮੈਂ ਅੱਜ ਅਖਬਾਰ 'ਚ ਪੜ੍ਹ ਰਿਹਾ ਸੀ, ਉਹ ਕਹਿੰਦੇ ਜੀ ਪਹਿਲਾਂ IAS ਨੇ ਗੱਲ ਕਰਨੀ ਸੀ, ਫਿਰ ਮੰਤਰੀ ਸਾਹਿਬ ਨੇ ਗੱਲ ਕਰਨੀ ਸੀ। ਉਹ ਭਲਿਓ ਲੋਕੋ, ਜਦੋਂ ਤੁਸੀਂ 7 ਬੰਦੇ ਜਾਂ 9 ਬੰਦੇ ਪੰਜਾਬ 'ਚ ਕਿਸਾਨਾਂ ਨੂੰ ਸਮਝਾਉਣ ਲਈ ਲਾਤੇ ਆ, ਤੇ ਤੁਸੀਂ ਉਹ 9 ਬੰਦੇ ਉੱਥੇ ਬੁਲਾ ਲੈਂਦੇ। ਉਹ 500 ਕਿਲੋਮੀਟਰ ਗੱਡੀ ਚਲਾ ਕੇ ਬੱਸ 'ਚ ਬਹਿ ਕੇ ਦਿੱਲੀ ਤੁਹਾਡੇ ਕੋਲ ਗੱਲਬਾਤ ਹੀ ਤੇ ਕਰਨ ਆਏ ਆ। ਤੁਸੀਂ ਪਹਿਲਾਂ ਉਹਨਾਂ ਨੂੰ ਸਮਝਾ ਲਓ 50 ਨੂੰ, ਉਹਨਾਂ ਦੇ ਮਗਰ ਤੇ ਸਾਰਾ ਪੰਜਾਬ ਲੱਗਾ ਹੀ ਹੋਇਆ, ਉਹ ਆਪੇ ਸਮਝਾ ਲੈਣਗੇ ਜਾ ਕੇ। ਤੁਹਾਡੇ ਨਾਲੋਂ ਜ਼ਿਆਦਾ ਗਰਾਊਂਡ ਰਿਐਲਿਟੀ ਕਿਸਾਨ ਜਥੇਬੰਦੀਆਂ ਨੂੰ ਪਤਾ, ਤੁਹਾਡੇ ਨਾਲੋਂ ਲਾਅ ਦੀ ਬਾਰੇ ਜ਼ਿਆਦਾ ਜਾਣਕਾਰੀ ਹੈਗੀ। ਇਹ ਨਾ ਸਮਝੋ ਕਿ ਅਨਪੜ੍ਹ ਬੰਦੇ ਕਿਸਾਨ ਜਥੇਬੰਦੀਆਂ 'ਚ ਇਹ ਸੰਘਰਸ਼ ਨੂੰ ਲੀਡ ਕਰ ਰਹੇ, ਉਹਨਾਂ ਨੂੰ ਪੂਰਾ ਤਜਰਬਾ ਜੇ ਸੰਘਰਸ਼ ਦੀ ਹਰ ਸਟੇਜ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਉਹਨਾਂ ਨੂੰ ਇਹ ਤਜਰਬਾ ਕਿ ਇਸ ਐਕਸ਼ਨ ਦਾ ਕੀ ਰਿਐਕਸ਼ਨ ਹੋਣਾ। ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਹੈ ਉਹ ਬਹੁਤ ਜ਼ਬਰਦਸਤ ਲੀਡ ਕਰ ਰਹੇ ਆ ਇਸ ਵੇਲੇ। ਮੈਨ ਸਾਹਿਬ, ਤੁਸੀਂ ਗੱਲ ਕੀਤੀ ਕਿ ਇੱਕ ਝੰਡੇ ਥੱਲੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਤੁਸੀਂ ਵੀ ਉੱਥੇ ਪਹੁੰਚੇ ਸੀਗੇ, ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਕਿ ਇੱਕ, ਕਿਉਂਕਿ ਤੁਸੀਂ ਇੱਕ BJP ਦੇ ਹੈਗੇ ਸੀਗੇ, ਲੀਡਰ ਵੀ ਸੀਗੇ ਔਰ ਕਾਰਜਕਰਤਾ ਵੀ ਸੀਗੇ, ਲੇਕਿਨ ਤੁਹਾਨੂੰ ਮੌਕਾ ਦਿੱਤਾ। ਲੇਕਿਨ ਜੇਕਰ ਗੱਲ ਕੀਤੀ ਜਾਵੇ, ਉਹ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰ ਰਹੇ ਨੇ। ਅਗਰ ਕਹਿੰਦੇ ਕਿ ਜੇਕਰ ਕੋਈ ਉੱਥੇ ਆਏਗਾ, ਉੱਥੇ ਪੋਲੀਟਿਕਸ ਰੰਗ ਦਿੱਤਾ ਜਾਊਗਾ, ਕਿਆ ਲੱਗਦਾ ਨਹੀਂ ਕਿ ਉਹਨਾਂ ਦੀ ਸ਼ੰਕਾ ਵੀ ਠੀਕ ਹੈ, ਇੱਕ ਝੰਡੇ ਥੱਲੇ ਆ ਜਾਣਗੇ, ਲੇਕਿਨ ਜੇ ਉੱਥੇ ਆ ਕੇ ਪੋਲੀਟਿਕਸ ਖੇਲਣੀ ਸ਼ੁਰੂ ਕਰਤੀ ਤੇ ਫਿਰ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਨੁਕਸਾਨ ਨਾ ਕਿਤੇ ਹੋ ਜੇ। ਇਸ ਕਰਕੇ ਲੱਗਦਾ ਨਹੀਂ ਹੈ ਕਿ ਉਹ ਪ੍ਰੋਬਲਮ ਕ੍ਰੀਏਟ ਕਰ ਸਕਦੇ। ਤੁਹਾਨੂੰ ਬੋਲਣ ਦਾ ਮੌਕਾ ਦਿੱਤਾ, ਲੇਕਿਨ ਲੱਗਦਾ ਨਹੀਂ ਕਿ ਹੋਰ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦੇ ਸਕਦੇ। ਆਪਾਂ ਨਾ ਬਹੁਤਾ ਪਿੱਛੇ ਨਾ ਜਾਈਏ। 2002 ਤੋਂ ਸਮਝ ਲਓ ਕਿ 2004 ਤੋਂ ਪਹਿਲਾਂ UPA ਨੇ 10 ਸਾਲ ਰਾਜ ਕੀਤਾ, ਫਿਰ NDA ਰਾਜ ਕਰ ਰਿਹਾ। ਵੱਖ-ਵੱਖ ਪਾਰਟੀਆਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਤੇ ਇਕੱਠੀਆਂ ਹੁੰਦੀਆਂ। ਉਹਨਾਂ ਦੇ ਆਪਣੇ ਏਜੰਡੇ ਵੱਖੋ ਵੱਖਰੇ ਹੋ ਸਕਦੇ ਆ, ਪਰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੁੰਦਾ ਵੀ ਇਸ ਇੱਕ ਏਜੰਡੇ ਦੇ ਉੱਤੇ ਸਾਰੇ ਪਾਰਟੀਆਂ ਇਕੱਠੀਆਂ। ਸਾਡੀ ਸਰਕਾਰ ਦਾ ਏਜੰਡਾ ਹੋਏਗਾ ਪਹਿਲਾਂ ਇਹਨੂੰ ਲਾਗੂ ਕਰਨਾ। ਤੁਸੀਂ ਦੱਸੋ ਵੀ ਕਿਸਾਨ ਜਥੇਬੰਦੀਆਂ ਪਹਿਲਾਂ 31 ਸੀ, ਚਲੋ 29 31 ਕੁਛ ਲਾ ਲਈਏ ਆਪਾਂ, ਇੱਕ ਕੋਈ ਵੀ ਫਿਗਰ ਲਾ ਲਈਏ, ਸਾਰੀਆਂ ਹੀ ਆਪੋ ਆਪਣੇ ਲੈਵਲ ਤੇ ਉਹਦਾ ਸੰਘਰਸ਼ ਕਰ ਰਹੀਆਂ। 31 ਜਥੇਬੰਦੀਆਂ ਹੈਗੀਆਂ। ਇੱਕ ਕਾਮਨ ਮਿਨੀਮਮ ਪ੍ਰੋਗਰਾਮ ਤੇ ਆਪਾਂ ਨੂੰ ਆਲਰੇਡੀ ਸਰਕਾਰ ਨੇ ਦੇ ਦਿੱਤਾ ਕਿ ਆਹ 3 ਕਾਨੂੰਨ ਆ, ਇਹ ਵਿਡਰਾਅ ਕਰਾਉਣੇ ਆ। ਠੀਕ ਹੈ ਜੀ, ਕੋਈ ਲੰਬੀ ਚੌੜੀ ਹੋਰ ਚੌਥੇ ਪੰਜਵੇਂ ਦੀ ਗੱਲ ਹੀ ਨਹੀਂ ਹੈਗੀ।
3 ਕਾਨੂੰਨ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੈ ਕਿ ਇਹ ਵਿਡਰਾਅ ਕਰਾਉਣੇ ਆ। ਇਸ ਕਾਮਨ ਮਿਨੀਮਮ ਪ੍ਰੋਗਰਾਮ ਤੇ ਜਿਹੜੀਆਂ ਪਾਰਟੀਆਂ ਆਉਂਦੀਆਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਉਹਨਾਂ ਦਾ ਵੈਲਕਮ ਕਰੋ। ਸਟੇਜ ਤੇ ਬੋਲਣ ਦੇਣਾ ਦਿਓ, ਨਹੀਂ ਬੋਲਣ ਦੇਣਾ ਨਾ ਦਿਓ। ਲੀਡਰ ਵੀ ਆਪਣੀ ਈਗੋ ਛੱਡ ਕੇ ਸੰਗਤ 'ਚ ਬਹਿਣਾ ਸਿੱਖਣ। ਜ਼ਰੂਰੀ ਨਹੀਂ ਹਰ ਸਟੇਜ ਦੇ ਉੱਤੇ ਭਾਸ਼ਣ ਕੀਤਾ ਜਾਵੇ। ਲੇਕਿਨ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਟਰੈਕਟਰ ਰੈਲੀਆਂ ਕੱਢਦੇ ਪਏ ਆ, ਜਿਹੜੇ ਚੰਡੀਗੜ੍ਹ ਰਾਸ਼ਟਰਪਤੀ ਨੂੰ ਲੈਟਰ ਦੇਣ ਵਾਸਤੇ ਜਾ ਰਿਹਾ, 2 ਕਿਲੋਮੀਟਰ ਦੂਰ ਸੀਗਾ ਦੇਵੀਦਾਸਪੁਰਾ, ਕਹਿੰਦਾ ਉੱਥੇ ਆ ਕੇ ਬਹਿ ਜਾਂਦਾ। ਸੁਖਬੀਰ ਬਾਦਲ ਵੱਲੋਂ ਕਿਹਾ ਕਿ ਜੇ ਇੰਨਾ ਤਾਮਝਾਮ ਕਰਨ ਦੀ ਕੀ ਜ਼ਰੂਰਤ ਸੀ, ਹੁਣ ਵੀ ਤੇ ਬਿਕਰਮ ਸਿੰਘ ਮਜੀਠੀਆ ਨੇ ਲੈਟਰ ਦਿੱਤਾ ਹੀ ਆ ਨਾ। ਉਹ ਕਹਿੰਦੇ ਕਿ ਸਿਰਫ ਇਹਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤਾਂ ਨਹੀਂ ਕਿਸੇ ਨੂੰ ਆਪਣੇ ਨਾਲ ਬੈਠਣ ਦਿੰਦੇ। ਕੱਲ ਨੂੰ ਇੱਥੇ ਬੈਠੇ 4 ਬੰਦਿਆਂ ਨੂੰ ਸਮਝਾਉਣਗੇ ਨਹੀਂ ਜੀ ਆ ਇਦਾਂ ਸੀਗਾ, ਇਹਨੂੰ ਇਦਾਂ ਸੀਗਾ, ਇਹਨੂੰ ਇਦਾਂ ਘੁਮਾਇਆ ਜਾ ਸਕਦਾ ਵਾ। ਉਹ ਇਸ ਚੀਜ਼ ਤੋਂ ਡਰਦੇ ਆ। ਕਿਆ ਲੱਗਦਾ ਨਹੀਂ ਕਿ ਉਹਨਾਂ ਦਾ ਡਰ ਵੀ ਵਾਜਬ ਹੈਗਾ ਕਿਸੇ ਜਗ੍ਹਾ ਤੇ? ਦੇਖੋ, ਮੈਨੂੰ ਲੱਗਦਾ ਵੀ ਕਿਸਾਨ ਜਥੇਬੰਦੀਆਂ ਇੰਨੀਆਂ ਕੁ ਤਾਕਤਵਰ ਹੈਗੀਆਂ ਕਿ ਕੋਈ ਉਹਨਾਂ ਦਾ ਏਜੰਡਾ ਹਾਈਜੈਕ ਨਹੀਂ ਕਰ ਸਕਦਾ। ਇੰਨਾ ਮੈਨੂੰ ਲੱਗਦਾ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਆ, ਇੰਨਾ ਕੁ ਉਹਨਾਂ ਨਾਲ ਯੂਥ ਜੁੜਿਆ ਕਿ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸਿਆਸੀ ਪਾਰਟੀ ਉਹਨਾਂ ਦਾ ਏਜੰਡਾ ਹਾਈਜੈਕ ਕਰ ਸਕਦੀ ਹੈ। ਮੇਰਾ ਮਕਸਦ ਤੁਹਾਡੇ ਇਸ ਚੈਨਲ ਰਾਹੀਂ ਇੰਨਾ ਹੀ ਬੇਨਤੀ ਕਰਨੀ ਆ ਕਿ ਆਪਾਂ ਆਪਣੇ ਘੇਰੇ ਨੂੰ ਵਿਸ਼ਾਲ ਕਰੀਏ, ਘੇਰੇ ਨੂੰ ਵੱਡਾ ਕਰੀਏ, ਪਾਰਟੀਆਂ ਦੀ ਸ਼ਮੂਲੀਅਤ ਕਰਾਈਏ। ਉਹਦੀ ਮੈਂ ਤੁਹਾਨੂੰ ਬੇਸਿਕ ਰੀਜ਼ਨ ਦੱਸਦਾ ਕਿ ਲੋਕ ਸਮਰਥਨ ਕਰ ਰਹੇ ਆ ਪਰ ਉੱਥੇ ਜਾ ਨਹੀਂ ਰਹੇ। ਹੋਰ ਲੋਕਾਂ ਨੇ ਅਗਲੇ ਦਿਨਾਂ ਦੇ ਵਿੱਚ ਫੈਸਟੀਵਲ ਸੀਜ਼ਨ ਆ ਗਿਆ, ਦੁਕਾਨਦਾਰਾਂ, ਵਪਾਰੀਆਂ, ਆੜ੍ਹਤੀਆਂ ਸਾਰਿਆਂ ਇਹਨਾਂ 'ਚ ਬਿਜ਼ੀ ਹੋਈ ਜਾਣਾ। ਹੋਰ ਮੈਂ ਇਹ ਚਾਹੁੰਦਾ ਵੀ ਇਹ ਸੰਘਰਸ਼ ਹੋਰ ਤਿੱਖਾ ਹੋਣਾ ਚਾਹੀਦਾ, ਹਿੰਸਕ ਨਹੀਂ ਹੋਣਾ ਚਾਹੀਦਾ, ਤਿੱਖਾ ਹੋਣਾ ਚਾਹੀਦਾ। ਬਈ ਮੈਂ ਇਹ ਹੋਰ ਗੱਲ ਕਰਨੀ ਚਾਹੁੰਦਾ ਕਿ ਅਸ਼ਵਨੀ ਸ਼ਰਮਾ ਜੀ ਪੰਜਾਬ ਪ੍ਰਧਾਨ ਦੇ ਉੱਤੇ ਜਿਹੜਾ ਹਮਲਾ ਆਇਆ, ਮੈਂ ਉਹਦੀ ਬਿਲਕੁਲ ਨਿੰਦਾ ਕਰਦਾ। ਇਹੋ ਜਿਹਾ ਚੀਜ਼ਾਂ ਸੰਘਰਸ਼ ਨੂੰ ਡੀਰੇਲ ਕਰਨ ਦਾ ਇੱਕ ਮੌਕਾ ਹੁੰਦਾ, ਤਰੀਕਾ ਹੁੰਦਾ। ਇਹ ਮੈਂ ਆਪਣੇ ਸਾਰੇ ਯੂਥ ਨੂੰ ਵੀ ਬੇਨਤੀ ਕਰਦਾ, ਕਿਸਾਨਾਂ ਦੇ ਨਾਲ ਜਿਹੜੇ ਜੁੜੇ ਆ ਸੰਗਤਾਂ, ਉਹਨਾਂ ਨੂੰ ਬੇਨਤੀ ਕਰਦਾ ਕਿ ਇਹ 'ਚ ਕਈ ਏਜੰਸੀਆਂ ਨੇ ਵੜ ਜਾਣਾ ਜਿਨ੍ਹਾਂ ਨੇ ਗਲਤ ਕੰਮ ਕਰਵਾ ਦੇਣਾ। ਆਪਾਂ ਪਹਿਲਾਂ ਵੀ ਇੱਕ ਖਾੜਕੂਵਾਦ ਵਾਲਾ ਦੌਰ ਵੇਖਿਆ ਕਿ ਚੀਜ਼ਾਂ ਮੂਵਮੈਂਟ ਕਿਸੇ ਕੰਮ ਲਈ ਚੱਲਦੀਆਂ, ਕਿਸੇ ਰਸਤੇ 'ਤੇ ਚੱਲਦੀਆਂ ਤਾਂ ਉਹਨਾਂ ਨੂੰ ਡੀਰੇਲ ਕਰ ਦਿੱਤਾ ਜਾਂਦਾ। ਇਸ ਲਈ ਮੇਰੀ ਹੱਥ ਜੋੜ ਕੇ ਇਹ ਵੀ ਬੇਨਤੀ ਆ ਕਿ ਸੰਘਰਸ਼ ਜਿਹੜਾ ਨਾ ਉਹ ਬਿਲਕੁਲ ਪੀਸਫੁਲ ਹੋਣਾ ਚਾਹੀਦਾ, ਕਲਮ ਦੀ ਗੱਲ ਹੋਣੀ ਚਾਹੀਦੀ ਆ, ਆਪਣੇ ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਆ। ਇਹ ਜਿਹੜੀ ਲੜਾਈ ਹੈ ਨਾ, ਇਹ ਹਥਿਆਰਾਂ ਦੀ ਲੜਾਈ ਨਹੀਂ ਹੈ, ਨਾ ਇੱਕ ਦੂਜੇ ਨਾਲ ਮਾਰਕੁੱਟ ਦੀ ਲੜਾਈ ਹੈਗੀ ਆ। ਮੈਨੀ ਸਾਹਿਬ, ਤੁਹਾਡੇ ਵੱਲੋਂ ਜਿਹੜਾ ਸੀਗਾ ਅਸਤੀਫਾ ਦਿੱਤਾ ਗਿਆ, ਅੱਜ ਜਗਰਾਉਂ ਦੇ ਵਿੱਚ ਜਿਹੜਾ ਆ 7 ਲੋਕਾਂ ਨੇ ਜਿਹੜੇ ਬੀਜੇਪੀ ਦੇ ਚੰਗੇ ਅਹੁਦੇਦਾਰ ਸੀਗੇ, ਕੌਂਸਲਰ ਸੀਗੇ, ਬਹੁਤ ਵੱਡੇ ਆ ਰੁਤਬਿਆਂ ਤੇ ਬੈਠੇ ਰਹੇ ਆ, ਉਹਨਾਂ ਨੇ ਅੱਜ ਅਸਤੀਫਾ ਦੇ ਦਿੱਤਾ। ਤੁਹਾਨੂੰ ਲੱਗਦਾ ਹੈ ਕਿ ਹੁਣ ਬੀਜੇਪੀ ਦੇ ਲੋਕ ਜਿਹੜੇ ਵਰਕਰ ਨੇ ਉਹਨਾਂ ਦੀ ਜ਼ਮੀਰ ਵੀ ਜਾਗਣੀ ਸ਼ੁਰੂ ਹੋ ਗਈ? ਕਿਉਂਕਿ ਤੁਸੀਂ ਸਾਫ਼ ਕਿਹਾ ਸੀਗਾ ਕਿ ਮੇਰੀ ਜ਼ਮੀਰ ਜਾਗ ਰਹੀ ਹੈ, ਮੈਂ ਇਸ ਲੈ ਕੇ ਔਰ ਕਾਲੇ ਕਾਨੂੰਨ ਨੂੰ ਲੈ ਕੇ ਔਰ ਜਿਹੜੀ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਵਿੱਚ ਹਟਾਇਆ ਗਿਆ ਵਾ ਉਹਨੂੰ ਲੈ ਕੇ ਅਸਤੀਫਾ ਦੇ ਰਿਹਾ ਵਾਂ, ਮੇਰਾ ਕੋਈ ਨਿੱਜੀ ਵਿਵਾਦ ਨਹੀਂ ਹੈਗਾ। ਕਿਆ ਲੱਗਦਾ ਕਿ ਹੁਣ ਜਿਹੜਾ ਆ ਉਹਨਾਂ ਦੀ ਜ਼ਮੀਰ ਜਾਗਣੀ ਸ਼ੁਰੂ ਹੋ ਗਈ ਔਰ ਪੰਜਾਬ 'ਚ ਲੱਗਦਾ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਅਸਤੀਫੇ ਦੇਣਗੇ? ਕਿਉਂਕਿ ਸਰਤਾਜ ਦਾ ਗਾਣਾ ਹੈਗਾ ਕਿ ਹਾਲੇ ਤਾਂ ਸ਼ੁਰੂਆਤਾਂ ਨੇ, ਇਹਦੇ 'ਚ ਸ਼ੁਰੂਆਤ ਆ। ਤੁਸੀਂ ਸਮਾਂ ਆਉਣ 'ਤੇ ਵੇਖਿਓ, ਇਹਨਾਂ ਨੂੰ ਬੰਦਾ ਨਹੀਂ ਪਿੱਛੇ ਲੱਭਿਆ ਕਰਨਾ ਵੀ ਸਾਡੇ ਪਿੱਛੇ ਕੋਈ ਖੜਾ ਕਿ ਨਹੀਂ ਖੜਾ। ਮੇਰੇ ਯਾਰ ਮਿੱਤਰ ਬੀਜੇਪੀ 'ਚ ਹੈਗੇ ਆ, ਹਰ ਬੰਦਾ ਠੀਕ ਆ ਫੇਸਬੁੱਕ ਤੇ WhatsApp ਦੇ ਉੱਤੇ ਜੋ ਮਰਜ਼ੀ ਕੁਛ ਕਹੀ ਜਾਵੇ, ਉਹਨੇ ਆਪਣੀ ਪਾਰਟੀ ਦੀ ਸਪੋਰਟ ਕਰਨੀ ਆ, ਪਰ ਹਰ ਬੰਦਾ ਇਸ ਵੇਲੇ ਉੱਥੇ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰ ਰਿਹਾ ਵੀ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਫਸ ਗਈ ਹੈ ਨਾ, ਕਿ ਕਿੱਦਾਂ ਕਰੀਏ। ਕਿਉਂਕਿ ਉਹਨਾਂ ਦੀ ਤਾਂ ਸੁਣਵਾਈ ਕੋਈ ਨਹੀਂ, ਉਹਨਾਂ ਨੂੰ ਕਿਸੇ ਨੇ ਬਿੱਲ ਬਣਾਉਣ ਲੱਗਿਆ ਪੁੱਛਿਆ ਥੋੜ੍ਹਾ, ਇਹਨਾਂ ਦੀ ਤਾਂ ਕੋਈ ਉੱਤੇ ਗੱਲ ਹੀ ਨਹੀਂ ਸੁਣਦਾ। ਇਹਨਾਂ ਨੂੰ ਤਾਂ ਹੋਣਾ ਮੈਨੂੰ ਲੱਗਦਾ ਆ ਮੰਤਰੀ ਦਿੱਲੀੋਂ ਆ ਕੇ ਇਹਨਾਂ ਦੀ ਗੱਲਬਾਤ ਸੁਣਨ ਲੱਗ ਗਏ, ਇਹਨਾਂ ਨੂੰ ਤਾਂ ਕੋਈ ਦਿੱਲੀ ਇਹਨਾਂ ਦੀ ਸੁਣਵਾਈ ਨਹੀਂ ਹੈਗੀ ਸੀ। 1 ਵੇ ਟ੍ਰੈਫਿਕ ਹੈਗਾ, ਬਣਾਤਾ ਜੀ ਮੰਨ ਲਓ, ਠੀਕ ਹੈ ਜੀ। ਇਸ ਲਈ ਇਹ ਤਾਂ ਸ਼ੁਰੂਆਤ ਆ ਜੇ ਸਿਰਫ ਬੀਜੇਪੀ ਦਾ। ਤੁਸੀਂ ਵੇਖਿਓ ਹੌਲੀ ਹੌਲੀ ਜਿਹੜੇ ਲੀਡਰ ਤੁਸੀਂ ਆ ਸੋਚਦੇ ਕਿ ਜਿਹੜੀਆਂ ਵਰਚੁਅਲ ਰੈਲੀਆਂ ਬੀਜੇਪੀ ਵਾਲੇ ਕਰ ਰਹੇ, ਕਿਸਾਨਾਂ ਨੂੰ ਸਮਝਾਉਣ ਕਰ ਰਹੇ, ਇਹ ਤੇ ਆਪਣੇ ਵਰਕਰਾਂ ਨੂੰ ਪੱਗਾਂ ਪੁੱਗਾਂ ਬਣਾ ਕੇ ਵਿਚਾਰੇ ਉੱਥੇ ਬਿਠਾਈ ਜਾਂਦੇ। ਪੁੱਛੋ ਕਿੰਨੇ ਕਿਸਾਨ ਹੈ। ਕੱਲ ਸੰਗਰੂਰ ਦੇ ਵਿੱਚ ਮੈਂ ਵੇਖਿਆ ਕਿ ਅੱਜ ਸਾਰਿਆਂ ਨੇ ਅਖਬਾਰ 'ਚ ਪੜ੍ਹਿਆ ਕਿੰਨਾ ਤਕੜਾ ਲੋਕਾਂ ਨੇ ਉਸ ਰੋਹ ਪ੍ਰਗਟਾਇਆ ਉੱਥੇ ਉਸ ਗੱਲ ਦੇ ਉੱਤੇ। ਉਹ ਤੁਸੀਂ ਇਸ ਚੀਜ਼ ਹੁਣ ਜੋ ਸਮਝਾਉਣ ਆਏ ਜੀ, ਹੁਣ ਸਮਝਾਉਣ ਆਏ ਨਾ, 5 ਜੂਨ ਨੂੰ ਇਹ ਜਿਹੜੇ ਆਰਡੀਨੈਂਸ ਆਏ ਸੀ, 5 ਜੂਨ ਤੋਂ ਲੈ ਕੇ ਤੇ ਸਤੰਬਰ ਤੱਕ ਇਹ ਆਪਣੇ ਕੋਲ ਸਮਾਂ ਹੈਗਾ ਸੀ, ਉਦੋਂ ਸਮਝਾਉਂਦੇ, ਉਦੋਂ ਵਰਚੁਅਲ ਰੈਲੀਆਂ ਕਰਦੇ, ਉਦੋਂ ਕਿਸਾਨਾਂ ਤੱਕ ਜਾਂਦੇ। ਜੇ ਨਾ ਸਮਝਦੇ ਤੇ ਉਹ ਆਰਡੀਨੈਂਸ ਵਾਪਸ ਲੈ ਜਾਂਦੇ, ਜੇ ਤੁਸੀਂ ਸਮਝਾਉਣ 'ਚ ਸਫਲ ਰਹਿੰਦੇ ਤੇ ਉਹਨੂੰ ਬਿੱਲ ਬਣਾ ਲੈਂਦੇ। ਮੈਡਮ ਸਾਹਿਬ, ਇਹ ਤੇ ਉਹੀ ਗੱਲ ਹੋ ਗਈ ਕਿ ਇੱਕ ਟੀਚਰ ਨੂੰ ਸਟੂਡੈਂਟ ਪੜ੍ਹਾਉਣ ਦੀ ਗੱਲ ਕਰ ਰਿਹਾ, ਕਿਉਂਕਿ ਕਿਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਬਿੱਲ ਹੈ ਕੀ ਨੇ। ਕਿਆ ਲੱਗਦਾ ਨਹੀਂ ਕਿ ਸਿਰਫ ਫਿਰ ਇੱਕ ਗੁੰਮਰਾਹ ਹੀ ਕੀਤਾ ਜਾ ਰਿਹਾ? ਜਿਸ ਤਰ੍ਹਾਂ ਕੱਲ੍ਹ ਵੀ ਦਿੱਲੀ ਦੇ ਵਿੱਚ ਸੱਦ ਲਿਆ, ਪਹਿਲੋਂ
ਜੇ ਤੁਸੀਂ ਉਸੇ ਤਰ੍ਹਾਂ ਦੀ ਮੀਟਿੰਗ ਕਰਨੀ ਸੀਗੀ ਤੇ ਨਾ ਉਹਨਾਂ ਨੂੰ ਸੱਦਦੇ ਵਿਚਾਰਿਆਂ ਨੂੰ, ਉਹਨਾਂ ਦਾ ਸਮਾਂ ਖਰਾਬ ਕੀਤਾ, ਫਿਰ ਉਸ ਤੋਂ ਬਾਅਦ ਲਾਲਾ ਹੋਈ, ਅੱਜ ਫਿਰ ਮੀਟਿੰਗ ਚੱਲ ਰਹੀ ਹੈ, ਕੀ ਪਤਾ ਤਿੱਖਾ ਅੰਦੋਲਨ ਕਿੱਡਾ ਕੁ ਵੱਡਾ ਚੱਲ ਜਾਣਾ। ਕਿਆ ਲੱਗਦਾ ਨਹੀਂ ਕਿ ਸਿਰਫ ਇੱਕ ਟੀਚਰ ਨੂੰ ਜਿਹੜਾ ਆ ਉਹ ਸਟੂਡੈਂਟ ਪੜ੍ਹਾਉਣਾ ਸ਼ੁਰੂ ਕਰ ਦੇ ਅਗਰ ਲੱਗਦਾ ਪਿਆ? ਵੇਖੋ, ਕਿਸਾਨ ਜਥੇਬੰਦੀਆਂ ਨੇ ਬਹੁਤ ਜੈਸਚਰ ਵਧੀਆ ਵਿਖਾਇਆ। ਉਹਨਾਂ ਨੇ, ਮੈਂ ਉਹਨਾਂ ਦੀ ਇੰਟਰਵਿਊ ਸੁਣੀ ਉਹਨਾਂ ਦੇ ਲੀਡਰਸ ਦੀ, ਉਹਨਾਂ ਕਿਹਾ ਕਿ ਪਹਿਲਾ ਸੱਦਾ ਹੀ ਰਿਜੈਕਟ ਕਰਤਾ ਸੀ। ਉਹ ਇਸ ਲਈ ਕਿ ਉਹਦੇ 'ਚ ਏਜੰਡਾ ਜਿਹੜਾ ਚਿੱਠੀ ਆਈ ਸੀ ਨਾ, ਉਹ ਆਇਆ ਕਿ ਮੈਂ ਪਰਸਨਲ ਲੈਵਲ ਤੇ ਤੁਹਾਨੂੰ ਮਿਲਣਾ ਚਾਹੁੰਦਾ, ਉਹਨਾਂ ਨੇ ਰਿਜੈਕਟ ਕਰਤਾ ਚਿੱਠੀ। ਫਿਰ ਚਾਹੇ ਅਗਰਵਾਲ ਖੇਤੀ ਸੈਕਟਰੀ ਵੱਲੋਂ ਹੀ ਆਈ ਸੀ, ਪਰ ਉਹ 'ਚ ਇਹ ਸੀ ਵੀ ਸੰਘਰਸ਼ ਚੱਲ ਰਿਹਾ, ਉਹ ਤੁਹਾਡੇ ਨਾਲ ਮਿਲ ਕੇ ਗੱਲ ਕਰੀਏ। ਦੋਵਾਂ ਚੀਜ਼ਾਂ 'ਚ ਫਰਕ ਆ। ਏਜੰਡਾ ਚਿੱਠੀ ਸੇਮ ਬੰਦੇ ਵੱਲੋਂ ਹੀ ਹੈਗੀ। ਉਹਨਾਂ ਨੇ ਇੱਕ ਜੈਸਚਰ ਦੇ ਤੌਰ ਤੇ ਉਹ ਦਿੱਲੀ ਗਏ, ਪਹਿਲਾਂ ਮੀਟਿੰਗ ਕੀਤੀ ਚੰਡੀਗੜ੍ਹ ਵੀ ਸਾਨੂੰ ਉਸ ਮੀਟਿੰਗ 'ਚ ਸ਼ਾਮਲ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ। ਫਿਰ ਇਸ ਫੈਸਲੇ ਤੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਕਿ ਇਹ ਦਿਖਾਉਣ ਲਈ ਦਿੱਲੀ ਨੂੰ ਕਿ ਸਾਨੂੰ ਟੇਬਲ ਤੇ ਬਹਿ ਕੇ ਗੱਲ ਕਰਨੀ ਆਉਂਦੀ ਆ। ਪ੍ਰਿੰਸ ਜੀ, ਗੱਲ 'ਚੋਂ ਹੀ ਹੱਲ ਨਿਕਲਣਾ, ਗੱਲ ਹੀ ਕੱਢੇਗੀ ਹੱਲ। ਜਿੰਨਾ ਚਿਰ ਤੱਕ ਟੇਬਲ ਤੇ ਨਹੀਂ ਬਵਾਂਗੇ ਮਸਲਾ ਨਹੀਂ ਹੱਲ ਹੋਣਾ। ਇਹ ਗੱਲ ਕਿਸਾਨ ਜਥੇਬੰਦੀਆਂ ਸਮਝਦੀਆਂ ਵਾ, ਉਹਨਾਂ ਨੂੰ ਪਤਾ ਕਿ ਇਹ ਸੰਘਰਸ਼ ਦੀਆਂ ਸਟੇਜਿਸ ਹੁੰਦੀਆਂ। ਉਹਨਾਂ ਨੇ ਬਹੁਤ ਵਧੀਆ ਜੈਸਚਰ ਵਿਖਾਇਆ। ਉਹ ਗਈਆਂ ਉੱਥੇ ਗੱਲਬਾਤ ਕਰਨ ਵਾਸਤੇ। ਮੈਂ ਹੋਸਟ ਹੋਵਾਂ ਤੇ ਮੈਂ ਤੁਹਾਨੂੰ ਬੁਲਾ ਕੇ ਤੇ ਆਪ ਗੁਆਂਢੀਆਂ ਦੇ ਵਿਆਹ ਚੱਲ ਜਾਂ, ਇਹ ਉਹ ਗੱਲ ਆ। ਸਰਵਨ ਸਿੰਘ ਪੰਧੇਰ ਹੋਣਾ ਦਾ ਕਹਿਣਾ ਕਿ ਅਗਰ ਤੁਸੀਂ ਕਾਨੂੰਨ ਲਾਗੂ ਹੀ ਕਰਨਾ ਆ, ਅਸੀਂ ਤੁਹਾਡੇ ਨਾਲ ਹਾਂ, ਠੀਕ ਆ, ਕਾਨੂੰਨ ਦੇ ਨਾਲ ਅਸੀਂ ਖੜੇ ਹਾਂ, ਪਰ 6 ਮਹੀਨੇ ਦਾ ਸਮਾਂ ਦੇ ਦਿਓ, 6 ਮਹੀਨੇ ਸਾਨੂੰ ਸਮਝਾ ਦਿਓ ਕੀ ਕਾਨੂੰਨ ਆ, ਉਸ ਤੋਂ ਬਾਅਦ ਲਾਗੂ ਕਰ ਦਿਓ। ਕਿਆ ਲੱਗਦਾ ਕਿ ਸਿਰਫ ਇੱਕ ਡਿਕਟੇਟਰਸ਼ਿਪ ਆ ਕਿ ਆਹ ਕਾਨੂੰਨ ਬਣ ਗਿਆ, ਇਹਨੂੰ ਥੋਪਤਾ, 370 ਹਟਾਤੀ, ਉਹਨੂੰ ਥੋਪਤਾ, ਪੰਜਾਬੀ ਭਾਸ਼ਾ ਕੱਢਤੀ, ਉਹਨੂੰ ਥੋਪਤਾ। ਕਿਆ ਲੱਗਦਾ ਸਿਰਫ ਥੋਪਣ ਦਾ ਕੰਮ ਰਹਿ ਗਿਆ? ਲੱਗਦਾ ਨਹੀਂ ਪਿਆ ਕਿਸੇ ਬੰਨੇ ਸਰਕਾਰ ਨਾਕਾਮ ਹੁੰਦੀ ਹੀ ਨਜ਼ਰ ਆ ਰਹੀ ਸਾਰੇ ਪਾਸੇ। ਜਦੋਂ ਉਹਨਾਂ ਨੂੰ ਲੱਗਦਾ ਨਾ ਸਾਡੇ ਕੋਲ ਇੰਨੀ ਸਪਸ਼ਟ ਮੈਜੋਰਟੀ ਹੈ, 303 ਸੀਟਾਂ ਹੈਗੀਆਂ, ਇੰਨੀ ਸਪਸ਼ਟ ਮੈਜੋਰਟੀ ਆ ਗਈ ਹੈ, ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ। ਹੁਣ ਐਨਡੀਏ ਸਿਰਫ ਨਾਂ ਦਾ ਐਨਡੀਏ ਆ। ਸ਼ਿਵ ਸੈਨਾ ਬਾਹਰ ਹੋ ਗਈ ਆ, ਅਕਾਲੀ ਦਲ ਬਾਹਰ ਹੋ ਗਿਆ, ਸਿਰਫ ਇੱਕ ਰਾਮਦਾਸ ਅਠਾਵਲੇ ਆ ਨਾ ਜਿਹੜੇ, ਉਹ ਇੱਕ ਐਨਡੀਏ ਦੇ ਵਿੱਚ ਇੱਕ ਬਾਹਰੋਂ ਮਿਨਿਸਟਰ ਹੈਗੇ ਕਿਸੇ ਹੋਰ ਪਾਰਟੀ ਦੇ। ਬਾਕੀ ਸਭ ਮਿਨਿਸਟਰ ਜਿਹੜੇ ਆ ਨਾ ਉਹ ਦਿੱਲੀ ਦੀ ਸਰਕਾਰ 'ਚ, ਕੇਂਦਰ ਸਰਕਾਰ 'ਚ ਬੀਜੇਪੀ ਦੇ ਹੀ ਆ। ਉਹਨਾਂ ਨੂੰ ਲੱਗਦਾ ਵੀ ਆਹ ਏਜੰਡਾ ਤੁਸੀਂ ਵੇਖੋ ਵੀ ਹਿੰਦੁਸਤਾਨ ਨੂੰ ਕਿਹੜੇ ਪਾਸੇ ਲੈ ਚੱਲੇ। ਨਵੀਆਂ ਗੱਲਾਂ ਰੋਜ਼ ਸਾਹਮਣੇ ਆ ਰਹੀਆਂ। ਇੱਕ ਟੈਕਸ, ਇੱਕ ਭਾਸ਼ਾ, ਇੱਕ ਨਿਸ਼ਾਨ, ਇੱਕ ਇਲੈਕਸ਼ਨ, ਇੱਕ ਮੰਡੀ, ਸਾਰੀਆਂ ਚੀਜ਼ਾਂ ਮਤਲਬ ਇੱਕ ਚੀਜ਼ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਾ ਏਜੰਡਾ, ਉਹਨਾਂ ਕੋਲ ਏਜੰਡੇ ਖਤਮ ਹੋ ਗਏ। ਹੁਣ ਰਾਮ ਮੰਦਰ ਬਣਾਉਣਾ ਸੀ, ਬਣ ਗਿਆ ਜੀ। 370 ਹਟਾਉਣੀ ਸੀ, ਬਣ ਗਈ, ਉਹ ਹਟਾਤੀ ਜੀ। ਉਹ ਸਿਵਲ ਕੋਡ ਆ ਮੁਸਲਮਾਨਾਂ ਨੂੰ ਟ੍ਰਿਪਲ ਤਲਾਕ ਵਾਲਾ, ਉਹ ਹੋ ਗਿਆ ਜੀ। ਹੁਣ ਕੀ ਕਰਨਾ ਉਹਨਾਂ ਨੇ? ਹੁਣ ਇਸੇ ਚੀਜ਼ਾਂ 'ਚ ਲੋਕਾਂ ਨੂੰ ਉਲਝਾਉਣਗੇ ਨਾ। ਇਹਨਾਂ ਦਾ ਕੰਮ ਆ ਪੋਲਰਾਈਜੇਸ਼ਨ ਕਰਨੀ। ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਇਹ ਲੜਾਈ ਪੰਜਾਬੀਆਂ ਦੀ ਆ, ਕਿਸਾਨਾਂ ਦੀ ਆ। ਇਹਨੂੰ ਨਾ ਦੇ ਕਦੇ ਹਿੰਦੂ ਸਿੱਖ ਦੇ ਵਿੱਚ ਵੰਡਿਓ। ਸਾਰੇ ਹਿੰਦੂ ਸਿੱਖ ਸਾਡੇ ਭਰਾ ਨੇ, ਪੰਜਾਬੀ ਨੇ, ਇਸ ਧਰਤੀ ਤੇ ਰਹਿੰਦੇ ਨੇ, ਇਸ ਧਰਤੀ ਦਾ ਖਾਂਦੇ ਨੇ, ਇਸ ਧਰਤੀ ਦਾ ਪੀਂਦੇ ਨੇ ਤੇ ਇਸ ਧਰਤੀ ਦੀ ਸੁੱਖ ਵੀ ਮੰਗਦੇ। ਇਸ ਲਈ ਇਹਨੂੰ ਕਦੀ ਵੀ ਕਮਿਊਨਲ ਨਾ ਰੰਗ ਦਿਓ, ਪਰ ਉਹਨਾਂ ਨੇ ਰੰਗ ਇਸ ਚੀਜ਼ ਨੂੰ ਦੇਣਾ ਜੇ ਕਿ ਇਹ ਸਿੱਖ ਵੋਟਾਂ ਇੱਕ ਪਾਸੇ ਹੋ ਜਾਣ, ਦੂਜੀਆਂ ਵੋਟਾਂ ਇੱਕ ਪਾਸੇ ਹੋ ਜਾਣ। ਇਹ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਏਜੰਡਾ ਇਸੇ ਤਰ੍ਹਾਂ ਦਾ ਹੋਣਾ। 117 ਸੀਟਾਂ ਲੜਨ ਦਾ ਉਹ ਦਮ ਭਰਦੇ ਆ, ਪਰ ਮੈਨੂੰ ਪਤਾ ਪੱਲੇ ਕੱਖ ਨਹੀਂ ਹੈਗਾ। ਕਿੱਥੋਂ ਲੜਨੀਆਂ 117? ਆ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਸਮਝੌਤਾ ਟੁੱਟਾ। ਸ਼੍ਰੋਮਣੀ ਅਕਾਲੀ ਦਲ ਨੇ ਤੇ 23 ਬੰਦੇ ਲੱਭਣੇ, ਇਹਨਾਂ 94 ਲੱਭਣੇ ਆ। ਇਹਨਾਂ ਨੂੰ ਤੇ ਉਹ ਨਹੀਂ ਲੱਭਣੇ। ਸਮਝਦੇ ਨਾ ਗੱਲ? ਇਹਨਾਂ ਨੂੰ ਤੇ ਉਹ ਨਹੀਂ ਬੰਦੇ ਲੱਭਣੇ। ਜਿਵੇਂ ਲੋਕਾਂ ਦੇ ਵਿੱਚ ਬੀਜੇਪੀ ਦੇ ਲਈ ਵਿਰੋਧ ਨਜ਼ਰ ਆ ਰਿਹਾ, ਰੋਸ ਰੋਹ ਨਜ਼ਰ ਆ ਰਿਹਾ, ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਲਾਗੇ ਵੀ ਲਾਊਗਾ, ਕੋਈ ਪਿੰਡਾਂ 'ਚ ਵੜਨ ਵੀ ਦੇਊਗਾ। ਆ ਤੁਸੀਂ ਕੱਲ੍ਹ ਸੰਗਰੂਰ 'ਚ ਦੇਖ ਲਿਆ ਕਿ ਉਹਨਾਂ ਨੇ ਇੱਕ ਕਮਰੇ ਦੇ ਵਿੱਚ, ਮਤਲਬ ਕਿਸਾਨਾਂ ਨੇ ਕਿਹਾ ਕਿ ਅਸੀਂ ਉਹ ਖਾਲੀ ਹਾਲ ਵੇਖਣਾ, ਤੇ ਡੀਸੀ ਸਾਹਿਬ ਉਹਦੇ ਹਾਲ ਵਿਖਾਉਣ ਲੈ ਕੇ ਗਏ ਕਿਸਾਨਾਂ ਨੂੰ ਵੀ ਹਾਲ ਖਾਲੀ ਆ। ਸਾਰੇ ਲੀਡਰਾਂ ਨੂੰ ਇੱਕ ਕਮਰੇ 'ਚ ਬੰਦ ਕੀਤਾ ਕਿ ਕਿਤੇ ਕਿਸਾਨ ਵੇਖ ਨਾ ਲੈਣ। ਤੁਸੀਂ ਉਹ ਸਾਈਕੀ ਸਮਝ ਸਕਦੇ ਹੋ ਉਸ ਵੇਲੇ ਉਸ ਕਿੰਨਾ ਤਣਾਅਪੂਰਨ ਮਾਹੌਲ ਹੋਏਗਾ ਉੱਥੇ। ਤੇ ਹੁਣ ਤੁਸੀਂ ਸਮਝਦੇ ਹੋ ਕਿ ਇਹਦਾ ਹੱਲ ਕੀ ਹੋਣਾ ਚਾਹੀਦਾ? ਲਾਸਟ ਕੀ ਹੱਲ ਹੈ? ਹੱਲ ਇਹ ਹੈ ਜੀ, ਦੇਖੋ ਕਾਨੂੰਨ ਤੇ ਵਾਪਸ ਲੈਣੇ ਪੈਣੇ। ਇਹ ਦਿੱਲੀ ਨੂੰ ਇਹ ਗੱਲ ਸਮਝਣੀ ਪੈਣੀ ਹੈ। ਦਿੱਲੀ ਦਾ ਪੰਜਾਬ ਪ੍ਰਤੀ ਰਵੱਈਆ, ਚਾਹੇ ਯੂਪੀਏ ਰਿਹਾ, ਐਨਡੀਏ ਰਿਹਾ, ਦਿੱਲੀ ਨਾਲ ਪੰਜਾਬ ਦੀ ਬਣਦੀ ਨਹੀਂ। ਪਤਾ ਨਹੀਂ ਉਹਨਾਂ ਨੂੰ ਕੀ ਕੌੜ ਹੈ ਪੰਜਾਬ ਨਾਲ, ਕੀ ਇਹਦੇ ਮਤਲਬ ਉਹਨਾਂ ਨੂੰ ਕੀ ਕੱਢਣਾ ਚਾਹੁੰਦੇ ਪੰਜਾਬ ਦੇ ਲੋਕਾਂ ਦੇ ਉੱਤੇ, ਕਾਹਦਾ ਗੁੱਸਾ, ਮੈਂ ਅੱਜ ਤੱਕ ਮੈਨੂੰ ਸਮਝ ਨਹੀਂ ਆਇਆ। ਉਹਨਾਂ ਦੀ ਨਜ਼ਰ ਸਾਰੀ ਉੱਥੇ ਜਿਹੜੇ, ਕਿਉਂਕਿ ਜਿਹੜੇ ਬਾਬੂ ਬੈਠੇ ਆ ਨਾ ਉੱਥੇ, ਉਹ ਹਰ ਸਰਕਾਰ 'ਚ ਘੋ ਰਹਿੰਦੇ। ਉਹਨਾਂ ਦੇ ਜਿਹੜੇ ਏਜੰਡੇ ਹੋਣਗੇ, ਉਹਨਾਂ ਦੇ ਜਿਹੜੇ ਕਾਨੂੰਨ ਬਣਾਉਣਗੇ, ਉਹ ਸਦਾ ਪੰਜਾਬ ਦੇ ਖਿਲਾਫ ਹੋਣਗੇ। ਸੋ ਆ ਸੀ ਆਰਪੀ ਮੈਨੀ ਜੀ, ਜਿਨ੍ਹਾਂ ਵੱਲੋਂ ਲਗਾਤਾਰ ਜਿਹੜਾ ਆ ਕਿਸਾਨਾਂ ਦੇ ਹੱਕ ਵਿੱਚ ਜਿਹੜੀ ਆ ਉਹ ਆਵਾਜ਼ ਵੀ ਚੁੱਕੀ ਜਾ ਰਹੀ ਹੈ। ਔਰ ਇਹਨਾਂ ਦਾ ਕਹਿਣਾ ਹੈ ਕਿ
ਕਿਤੇ ਨਾ ਕਿਤੇ ਲੋਕ ਜਿਹੜੀ ਆ ਸ਼ਮੂਲੀਅਤ ਘੱਟ ਕਰ ਰਹੇ ਨੇ, ਕਿਉਂਕਿ ਬੇਸ਼ੱਕ ਉਹਨਾਂ ਦਾ ਦਿਲੋਂ ਕਿਸਾਨਾਂ ਦੇ ਨਾਲ ਹੋਣ, ਲੇਕਿਨ ਜਿਹੜੀ ਸ਼ਮੂਲੀਅਤ ਹੈ ਉਹ ਬਹੁਤ ਘਟਦੀ ਜਾ ਰਹੀ, ਕਿਉਂਕਿ ਇਹਨਾਂ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਸੀਗਾ ਆਪਣੇ ਹੀ ਪਿੰਡ ਦਾ, ਜਿੱਥੇ ਕਿ ਬਹੁਤ ਘੱਟ ਲੋਕ ਜਿਹੜੇ ਸੀਗੇ ਉਹ ਉੱਥੇ ਪਹੁੰਚ ਕੇ ਜਿਹੜਾ ਸੀਗਾ ਸ਼ਿਰਕਤ ਜਿਹੜੀ ਸੀਗੀ ਉਹ ਕਰ ਰਹੇ ਸੀਗੇ। ਲੇਕਿਨ ਜੇ ਗੱਲ ਕੀਤੀ ਜਾਵੇ ਬੀਜੇਪੀ ਦੀ, ਤੇ ਬੀਜੇਪੀ ਦੇ ਵਿੱਚ ਵੀ ਕਾਫੀ ਹੁਣ ਜਿਹੜਾ ਗਰਾਊਂਡ ਜਿਹੜਾ ਬਹੁਤ ਥੱਲੇ ਖਿਸਕਦੀ ਹੋਈ ਜਿਹੜੀ ਆ ਉਹ ਨਜ਼ਰ ਆ ਰਹੀ, ਕਿਉਂਕਿ ਕਾਫੀ ਲੋਕਾਂ ਵੱਲੋਂ ਜਿਹੜਾ ਆ, ਕਾਫੀ ਲੀਡਰਾਂ ਵੱਲੋਂ ਜਿਹੜਾ ਆ ਉਹ ਜਿਹੜਾ ਰਿਜ਼ਾਈਨ ਦੇਣ ਦਾ ਜਾਂ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਲੇਕਿਨ ਆਰਪੀ ਮੈਨ ਜੀ ਵੱਲੋਂ ਲਗਾਤਾਰ ਇਸੇ ਨੂੰ ਦੇਖਦੇ ਹੋਏ ਸੀ ਜਿਹੜਾ ਪਹਿਲੋਂ ਹੀ ਅਸਤੀਫਾ ਦਿੱਤਾ ਗਿਆ ਸੀਗਾ, ਔਰ ਉਸ ਨੂੰ ਦੇਖਦੇ ਹੀ, ਕਿਉਂਕਿ ਉੱਥੇ ਵੀ ਉਹਨਾਂ ਨੇ ਕਿਹਾ ਕਿ ਸਾਡੇ ਬੀਜੇਪੀ ਦੇ ਕਈ ਲੀਡਰ ਜਿਹੜੇ ਨੇ ਉਹ ਅਸਤੀਫਾ ਦੇਣਾ ਸ਼ੁਰੂ ਕਰਤਾ, ਤੇ ਇਸੇ ਨੂੰ ਵੇਖਦੇ ਹੋਏ ਔਰ ਕਿਸਾਨਾਂ ਦੇ ਹੱਕ ਵਿੱਚ ਆਉਣ ਵਾਸਤੇ ਉਹਨਾਂ ਵੱਲੋਂ ਜਿਹੜਾ ਅਸਤੀਫਾ ਦਿੱਤਾ ਜਾ ਰਿਹਾ। ਲੇਕਿਨ ਹੁਣ ਕੀ ਅਗਲੀ ਰੂਪ ਰੇਖਾ ਰਹਿੰਦੀ ਹੈ ਇਹਦੇ ਸਮਾਂ ਹੀ ਦੱਸੇਗਾ। ਲੇਕਿਨ ਕਿਸਾਨਾਂ ਦਾ ਰੋਸ਼ ਲਗਾਤਾਰ ਜਿਹੜਾ ਆ ਉਹ ਵੱਧਦਾ ਜਾ ਰਿਹਾ, ਔਰ ਦਿੱਲੀ ਜਾ ਕੇ ਜੋ ਕੁਝ ਉਹਨਾਂ ਨਾਲ ਹੋਇਆ, ਅੱਜ ਜਿਹੜੀ ਮੀਟਿੰਗ ਹੈ ਉਸ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਹੁਣ ਅਗਲੀ ਰਣਨੀਤੀ ਕੀ ਹੋਵੇਗੀ। ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।